UW ਨਿਊਜ਼ ਵੇਖਦੇ ਹੋਏ ਸੱਜਣਾ ਮਿੱਤਰਾਂ ਤੇ ਇਹਨਾਂ ਦਾ ਇੱਕ ਵਾਰ ਤੋਂ ਫਿਰ ਸਵਾਗਤ ਹੈ ਜੀ। ਸੋ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਡਾਕਟਰ ਦਿਲਬਾਗ ਸਿੰਘ ਜੀ ਨਾਲ, ਜੋ ਕਿ ਮਾਨਸਿਕ ਰੋਗ ਤੇ ਕੁਝ ਚਾਨਣਾ ਪਾਉਣਗੇ ਸਾਨੂੰ ਕਿ ਮਾਨਸਿਕ ਰੋਗ ਜਿਹੜੇ ਇਹ ਕੀ ਚੀਜ਼ ਹੈ, ਤੇ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ। ਥੈਂਕ ਯੂ ਜੀ, ਧੰਨਵਾਦ ਜੀ। ਸੋ ਡਾਕਟਰ ਸਾਹਿਬ ਅੱਜ ਸਾਨੂੰ ਇਹਨਾਂ ਚੀਜ਼ਾਂ ਬਾਰੇ ਦੱਸੋ, ਜਿਹੜਾ ਮਾਨਸਿਕ ਰੋਗ ਕੀ ਚੀਜ਼ ਹੈ ਜੀ। ਜੀ ਜੀ ਦੇਖੋ, ਜਿਵੇਂ ਤੁਸੀਂ ਪੁੱਛਿਆ ਕਿ ਮਾਨਸਿਕ ਰੋਗ ਜਿਹੜੇ ਆ ਉਹ ਕੀ ਹੁੰਦੀਆਂ, ਮਾਨਸਿਕ ਬਿਮਾਰੀਆਂ ਜਿਹੜੀਆਂ ਕੀ ਹੁੰਦੀਆਂ, ਜੀ ਜੀ ਇਹਨਾਂ ਦੀ ਸਾਈਕੋਲੋਜੀਕਲ ਭਾਸ਼ਾ ਦੇ ਵਿੱਚ, ਮਨੋਵਿਗਿਆਨ ਦੇ ਵਿੱਚ ਇਹ ਮਨ ਨਾਲ ਜੁੜੀਆਂ ਹੋਈਆਂ ਇਹ ਸਮੱਸਿਆਵਾਂ ਨੇ, ਜੀ ਆਪਣੇ ਵਿਵਹਾਰ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੇ, ਜੀ ਜੀ ਆਪਣੀ ਜਿਹੜੀ ਦਿਨਚਰਿਆ ਵਾ ਉਹਨਾਂ ਦੇ ਵਿੱਚ ਆਪਣਾ ਰਹਿਣਾ ਬਹਿਣਾ ਉੱਠਣਾ, ਰਿਸ਼ਤੇ ਨਾਤਿਆਂ ਨਾਲ, ਆਪਣੇ ਖੁਦ ਦੇ ਕੰਮ ਕਾਜਾਂ ਨਾਲ, ਜੀ ਜੀ ਆਪਣੇ ਸੁਪਨਿਆਂ ਨਾਲ, ਆਪਣੀਆਂ ਇੱਛਾਵਾਂ ਨਾਲ, ਜੀ ਜੀ ਉਹਨਾਂ ਨਾਲ ਜੁੜਿਆ ਹੋਇਆ ਇਹ ਮਸਲਾ ਹੈ। ਜੀ ਤੇ ਅੱਜ ਆਪਾਂ ਉਹਨਾਂ ਤੇ ਡਿਸਕਸ ਕਰਾਂਗੇ ਜੀ ਤੇ ਜਿਹਦੇ ਵਿੱਚ ਮੈਂ ਤੁਹਾਨੂੰ ਇੱਕ ਭਿਆਨਕ ਇੱਕ ਬਿਮਾਰੀ ਜਿਹਦੇ ਵਿੱਚ ਮੈਂ ਡਿਸਕਸ ਕਰਨਾ ਚਾਹੂੰਗਾ, ਜੀ ਉਹਨੂੰ ਜਿਵੇਂ ਡਿਪਰੈਸ਼ਨ ਕਿਹਾ ਜਾਂਦਾ ਹੈ। ਜੀ ਜੀ ਡਿਪਰੈਸ਼ਨ ਇੱਕ ਉਦਾਸੀ ਰੋਗ ਜੀ ਜਿਹਦੇ ਵਿੱਚ ਵਿਅਕਤੀ ਆ ਉਹ ਆਪਣੇ ਆਪ ਨੂੰ ਬੜਾ ਹੀ ਉਦਾਸ ਫੀਲ ਕਰਦਾ ਹੈ, ਜੀ ਔਰ ਆਖਰ ਤੇ ਉਦਾਸੀ ਦਾ ਮਤਲਬ ਕਿ ਉਹਨੂੰ ਇਦਾਂ ਲੱਗਦਾ ਕਿ ਮੇਰੇ ਲਈ ਇਸ ਦੁਨੀਆ ਤੇ ਕੁਝ ਨਹੀਂ, ਜੀ ਔਰ ਉਹ ਵਿਵਸ਼ ਹੋ ਜਾਂਦਾ ਹੈ, ਕੋਈ ਵੀ ਕੰਮ ਕਰਨ ਦਾ ਉਹਦਾ ਮਨ ਨਹੀਂ ਕਰਦਾ, ਜੀ ਸਾਰਾ ਦਿਨ ਐਂਜ਼ਾਈਟੀ ਘਬਰਾਹਟ ਦੇ ਨਾਲ ਉਹ ਘਿਰਿਆ ਰਹਿੰਦਾ ਹੈ, ਜੀ ਔਰ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਖਾਣਾ ਪੀਣਾ ਉੱਠਣਾ ਬਹਿਣਾ, ਕਿਸੇ ਨਾਲ ਗੱਲ ਕਰਨਾ। ਜੀ ਜੀ ਤੇ ਇਹ ਜਿਹੜੀ ਆ ਉਹਨੂੰ ਕਿਸੇ ਕੰਮ ਕੋਈ ਵੀ ਕੰਮ ਉਹਦੀ ਜ਼ਿੰਦਗੀ ਦੇ ਵਿੱਚ ਆ, ਜੀ। ਇਹ ਵਿਵਸ਼ਤਾ ਮਹਿਸੂਸ ਕਰਦਾ ਹੈ ਕਿ ਨਹੀਂ ਹੁਣ ਕੁਝ ਨਹੀਂ ਹੋ ਸਕਦਾ। ਫਿਰ ਆਖਰ ਤੇ ਉਹਦਾ ਕੀ ਪਰਿਣਾਮ ਹੁੰਦਾ ਹੈ ਕਿ ਕੁਝ ਲੋਕ ਸੁਸਾਈਡ ਵੱਲ ਵੀ ਚਲ ਜਾਂਦੇ ਨੇ, ਜੀ। ਆਤਮ ਹੱਤਿਆ ਵੱਲ ਵੀ ਚਲ ਜਾਂਦੇ ਨੇ, ਜੀ। ਜਦੋਂ ਉਹਨਾਂ ਨੂੰ ਕੋਈ ਰਸਤਾ ਦਿਖਾਈ ਨਹੀਂ ਦਿੰਦਾ। ਜੀ ਦੂਜੇ ਨੰਬਰ ਤੇ ਗੱਲ ਆਉਂਦੀ ਆ ਸਾਈਕੋਲੋਜੀਕਲ ਮਾਨਸਿਕ ਬਿਮਾਰੀ, ਇੱਕ OCD। ਜੀ OCD ਦਾ ਮਤਲਬ ਹੁੰਦਾ ਜੀ ਆਬਸੈਸਿਵ ਕੰਪਲਸਿਵ ਡਿਸਆਰਡਰ। ਇਹਦੇ ਵਿੱਚ ਇੱਕ ਵਿਚਾਰ ਆਉਂਦਾ ਹੈ, ਫਿਰ ਉਹਨੂੰ ਘਬਰਾਹਟ ਹੁੰਦੀ ਆ, ਔਰ ਉਸ ਘਬਰਾਹਟ ਨੂੰ ਰੋਕਣ ਵਾਸਤੇ ਜੀ। ਵਿਅਕਤੀ ਕੋਈ ਕੰਮ ਕਰਦਾ ਹੈ। ਉਹ ਕਿਹੜੇ ਕੰਮ ਕਰਦਾ ਹੈ? ਨੰਬਰ 1 ਕੰਟੈਮੀਨੇਸ਼ਨ OCD ਹੁੰਦੀ ਹੈ, ਗੰਦਗੀ ਵਾਲੀ OCD। ਉਸ ਵਿਅਕਤੀ ਨੂੰ ਇਦਾਂ ਲੱਗਦਾ ਕਿ ਚਾਰੇ ਪਾਸੇ ਗੰਦਗੀ ਫੈਲ ਗਈ, ਜੀ ਜੀ ਮੈਂ ਗੰਦਾ ਹੋ ਗਿਆ, ਮੇਰੀਆਂ ਚੀਜ਼ਾਂ ਗੰਦੀਆਂ ਹੋ ਗਈਆਂ। ਜੀ ਜੀ ਉਹਦੇ ਮਨ ਦੇ ਵਿੱਚ ਇੱਕ ਵਹਿਮ ਜਿਹਾ ਵੜ ਜਾਂਦਾ ਹੈ, ਜੀ ਚੀਜ਼ਾਂ ਗੰਦੀਆਂ ਹੋ ਗਈਆਂ। ਫਿਰ ਉਹਨੂੰ ਘਬਰਾਹਟ ਹੁੰਦੀ ਆ, ਫਿਰ ਉਹ ਘਬਰਾਹਟ ਨੂੰ ਰੋਕਣ ਵਾਸਤੇ ਕੀ ਕਰਦਾ ਹੈ? ਉਹ ਵਾਰ-ਵਾਰ ਹੱਥ ਧੋਊਗਾ, ਵਾਰ-ਵਾਰ ਹੱਥ ਧੋਊਗਾ, ਆਪਣੇ ਹੱਥ ਧੋਣ ਆਪਣੇ ਖੁਦ ਦੇ ਹੱਥ ਧੋਊਗਾ। ਜੀ। ਉਹਦਾ ਹੱਥ ਧੋਣ ਦਾ ਤਰੀਕਾ ਨਾਰਮਲ ਨਹੀਂ ਹੋਏਗਾ। ਜੀ ਜੀ ਉਹਦਾ ਹੱਥ ਧੋਣ ਦਾ ਤਰੀਕਾ ਮਤਲਬ ਚੰਗੀ ਤਰ੍ਹਾਂ ਸਾਬਣ ਲਾਉਣਾ, ਰਗੜ ਕੇ ਕਰਨਾ, ਜਾਂ ਉਹ 1 ਮਿੰਟ ਜਾਂ 2 ਮਿੰਟ 'ਚ ਹੱਥ ਨਹੀਂ ਧੋਂਦਾ, ਜੀ ਅੱਧਾ ਘੰਟਾ ਵੀ ਲਾਏਗਾ, ਘੰਟਾ ਵੀ ਲਾਏਗਾ, ਇਸ ਤੋਂ ਜ਼ਿਆਦਾ ਸਮਾਂ ਵੀ ਲਾ ਸਕਦਾ ਹੈ। ਮਤਲਬ ਉਹ ਹੱਥ ਧੋਂਦਾ ਸੋਚਦਾ ਰਹਿੰਦਾ, ਮਤਲਬ ਹਾਂ ਕਿ ਮੇਰੇ ਹੱਥ ਸਾਫ਼ ਨਹੀਂ ਹੋਏ, ਜੀ ਜੀ ਮੇਰੇ ਹੱਥ ਸਾਫ਼ ਪ੍ਰੋਪਰ ਤਰੀਕੇ ਨਾਲ ਨਹੀਂ ਹੋਏ। ਜੀ 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 ਦੂਜੀ ਇਹਦੇ ਵਿੱਚ ਪ੍ਰੋਬਲਮ ਆਉਂਦੀ ਆ ਨਹਾਉਣ ਦੀ। ਕੁਝ ਲੋਕ ਬਾਥਰੂਮ ਦੇ ਵਿੱਚ ਘੰਟੇ ਜਾਂ ਨਹਾਈ ਨਹਾਈ ਜਾਣ, ਜਾਂਦੇ ਜੀ। ਉਹਨਾਂ ਨੂੰ ਇਹ ਸੰਤੁਸ਼ਟੀ ਨਹੀਂ ਹੁੰਦੀ ਕਿ ਮੈਂ ਨਹਾ ਲਿਆ। ਮੈਂ ਨਹਾ ਲਿਆ, ਇਹ ਗੱਲ ਆ ਗਈ ਅਧੂਰਾਪਨ ਜਿਹਾ ਲੱਗਦਾ, ਅਧੂਰਾਪਨ ਜਿਹਾ ਲੱਗਦਾ। ਇਹ ਗੱਲ ਆ ਗਈ ਕੰਟੈਮੀਨੇਸ਼ਨ OCD, ਗੰਦਗੀ ਫੈਲ ਜਾਣ ਦਾ ਡਰ, ਜੀ ਔਰ ਉਸ ਘਬਰਾਹਟ ਨੂੰ ਰੋਕਣ ਵਾਸਤੇ ਵਾਰ-ਵਾਰ ਇਹ ਕੰਮ ਕਰਦੇ ਆ। ਜੀ ਜੀ ਫਿਰ ਆਉਂਦੀ ਹੈ ਇੱਕ ਰਿਲੀਜੀਅਸ OCD। ਰਿਲੀਜੀਅਸ OCD ਹੁੰਦੀ ਹੈ ਕਿ ਭਗਵਾਨ ਦੇ, ਰੱਬ ਦੇ, ਮੂਰਤੀ ਦੇ ਪ੍ਰਤੀ ਕੋਈ ਗੰਦਾ ਵਿਚਾਰ ਆ ਗਿਆ ਉਹਨਾਂ ਨੂੰ, ਕੋਈ ਸੈਕਸੁਅਲ ਥਾਟ ਆ ਗਿਆ। ਜੀ ਉਹਦੇ ਵਿੱਚ ਕੀ ਹੁੰਦਾ, ਉਹਨਾਂ ਨੂੰ ਇਦਾਂ ਲੱਗਦਾ ਕਿ ਫਿਰ ਸਾਨੂੰ ਰੱਬ ਸਜ਼ਾ ਦੇ ਦੂਗਾ। ਫਿਰ ਉਹ ਵਾਰ-ਵਾਰ ਮੱਥਾ ਟੇਕਦੇ ਆ, ਮੰਨਤ ਮੰਗਦੇ ਆ, ਗਲਤੀ ਮੰਨਦੇ ਆ, ਮਾਫੀ ਮੰਗਦੇ ਆ। ਜੀ ਜੀ ਉਹ ਫਿਰ ਘਬਰਾਹਟ ਹੁੰਦੀ ਹੈ, ਮਤਲਬ ਪੂਰੇ ਡਰੇ ਹੋਏ ਹੁੰਦੇ, ਪੂਰਾ ਡਰੇ ਹੋਏ ਹੁੰਦੇ ਆ। ਹਾਂ। ਫਿਰ ਉਸ ਘਬਰਾਹਟ ਨੂੰ ਰੋਕਣ ਵਾਸਤੇ ਜੀ ਜੀ ਉਹ ਮੰਦਿਰ 'ਚ ਜਾਣਗੇ, ਮਸਜਿਦ ਜਾਣਗੇ, ਗੁਰਦੁਆਰੇ ਜਾ ਕੇ ਕਹਿਣਗੇ ਕਿ ਸਾਡੇ ਕੋਲ ਗਲਤੀ ਹੋ ਗਈ, ਹਾਂਜੀ ਹਾਂਜੀ ਆਪਣੇ ਆਪ ਨੂੰ ਦੋਸ਼ੀ ਜਿਹਾ ਮਹਿਸੂਸ ਕਰਨਗੇ, ਜੀ, ਜੀ, ਪਾਪੀ ਮਹਿਸੂਸ ਕਰਨਗੇ। ਜੀ ਜੀ ਤੇ ਇਹ ਇੱਕ ਕੋਈ ਰੱਬ ਦਾ ਡਰ ਨਹੀਂ, ਇੱਕ ਮਾਨਸਿਕ ਬਿਮਾਰੀ ਆ ਉਹਨਾਂ ਨੂੰ। ਜੀ ਜੀ ਕੋਈ ਰੱਬ ਇਦਾਂ ਬੁਰਾ ਨਹੀਂ ਕਰਦਾ। ਜੀ ਜੀ ਫਿਰ ਉਹਨਾਂ ਨੂੰ ਇਸ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਕਿ ਰੱਬ ਦੇ ਪ੍ਰਤੀ ਮਾਫੀ ਮੰਗਣਾ, ਪੈਸੇ ਚੜਾਉਣਾ, ਜੀ ਘਬਰਾਹਟ ਨੂੰ ਰੋਕਣ ਵਾਸਤੇ। ਜੀ ਸਰ ਤੀਜੇ ਨੰਬਰ ਤੇ ਸਾਈਕੋਲੋਜੀ ਭਾਸ਼ਾ ਦੇ ਵਿੱਚ ਬਿਮਾਰੀ ਜਿਹੜੀ ਆ ਉਹ ਰੂਮੀਨੇਸ਼ਨ। ਜੀ ਰੂਮੀਨੇਸ਼ਨ ਕਿਸੇ ਵੀ ਵਿਚਾਰ ਦਾ ਅਟਕ ਜਾਣਾ, ਅਟਕ ਜਾਣਾ, ਔਰ ਉਸੇ ਵਿਚਾਰ ਤੇ ਵਾਰ-ਵਾਰ ਕਿਸੇ ਨੂੰ ਪੁੱਛਣਾ, ਸ਼ੱਕ ਬਣਿਆ ਰਹਿਣਾ। ਕਿ ਜਿਵੇਂ ਕਈਆਂ ਲੋਕਾਂ ਨੂੰ ਕਿ ਜਿਵੇਂ ਬੱਸ 'ਚ ਬੈਠੇ ਨੇ, ਜੀ ਬੱਸ 'ਚ ਬਹਿ ਕੇ ਵੀ ਉਹ ਪੁੱਛੀ ਜਾਣਗੇ ਕਿ ਬੱਸ ਇੱਧਰ ਹੀ ਜਾਣੀ ਹੈ, ਜਿੱਥੇ ਉਹਨੇ ਜਾਣਾ, ਬੱਸ ਉੱਥੇ ਹੀ ਜਾਣੀ ਹੈ, ਬੱਸ ਉੱਥੇ ਹੀ ਜਾਣੀ ਹੈ। ਜਦੋਂ ਤੱਕ ਉਹਨਾਂ ਨੂੰ ਸੰਤੁਸ਼ਟੀ ਨਹੀਂ ਹੋ ਜਾਂਦੀ, ਬੱਸ ਚੱਲ ਵੀ ਪੈਂਦੀ ਆ, ਸਭ ਕੁਝ ਹੀ ਹੋ ਜਾਂਦਾ, ਫਿਰ ਵੀ ਉਹਨਾਂ ਦੇ ਅੰਦਰ ਇੱਕ ਵਿਚਾਰ ਬਣਿਆ ਹੀ ਰਹਿੰਦਾ ਜੀ। ਇਹ ਇੱਕ ਘਬਰਾਹਟ, ਐਂਜ਼ਾਈਟੀ ਰੋਗ ਆ, ਮਾਨਸਿਕ ਰੋਗ। ਕਈ ਵਾਰ ਅਗਲਾ ਕਹਿੰਦਾ ਯਾਰ ਇਹ ਵਾਰੀ ਤੂੰ ਕਮਲਾ ਯਾਰ, ਤੂੰ ਪਾਗਲ ਹੈ, ਕਿਉਂ ਪੁੱਛ ਰਿਹਾ? ਲੇਕਿਨ ਉਸ ਬੰਦੇ ਨੂੰ ਨਹੀਂ ਨਾ ਪਤਾ ਵੀ ਇਹਦੇ ਅੰਦਰ ਕੀ ਸਮੱਸਿਆ ਹੈ। ਸਮੱਸਿਆ ਦੇ ਅੰਦਰ ਦੀ ਆ, ਬਾਹਰ ਦੀ ਹੋਵੇ ਤੇ ਉਹਨੂੰ ਫੜ ਕੇ ਲਾ ਦੀ ਆਪਾਂ, ਉਹਦੇ ਵਿਚਾਰ ਦੀ ਸਮੱਸਿਆ ਹੈ। ਜੀ ਜੀ ਠੀਕ ਹੈ। ਦੂਜੇ ਨੰਬਰ ਤੇ ਇੱਕ ਚੀਜ਼ ਹੋਰ ਆਉਂਦੀ ਆ, ਇੱਕ ਫੋਬੀਆ। ਜੀ ਫੋਬੀਆ ਹੁੰਦਾ ਡਰ। ਕੁਝ ਲੋਕਾਂ ਨੂੰ ਇਦਾਂ ਦਾ ਫੋਬੀਆ ਹੋ ਜਾਂਦਾ ਕਿ ਪਾਣੀ ਤੋਂ, ਵੀ ਪਾਣੀ ਨੂੰ ਵੇਖ ਕੇ ਡਰ ਜਾਂਦੇ ਆ, ਅੱਗ ਨੂੰ ਵੇਖ ਕੇ ਡਰ ਜਾਣਾ, ਹਨੇਰੇ 'ਚ ਜਾਣ ਤੋਂ ਡਰਨਾ, ਔਰ ਫਿਰ ਕੁੱਤਾ ਬਿੱਲੀ
ਕੁੱਤਾ ਮੈਨੂੰ ਖਾ ਨਾ ਜਾਵੇ, ਖਾਣਾ ਵੱਢ ਨਾ ਜਾਵੇ। ਫਿਰ ਇੱਕ HIV ਹੋਣ ਦਾ ਫੋਬੀਆ, ਕਿ ਮੈਨੂੰ ਕੁੱਤੇ ਨੇ ਕੱਟ ਲਿਆ ਤੇ ਮੈਨੂੰ HIV ਏਡਸ ਵਗੈਰਾ ਬਿਮਾਰੀ ਨਾ ਹੋ ਜੇ, ਕੋਈ ਮੈਨੂੰ ਹੱਥ ਲਾ ਲਿਆ, ਹੱਥ ਲਾ ਲਿਆ, ਸਿਰਫ ਹੱਥ ਲਾ ਲਿਆ ਕੁੱਤੇ ਨੂੰ ਜਾਂ ਕੁੱਤਾ ਲਾਗੇ ਆ ਗਿਆ ਜਾਂ ਗਲੀ ਚੋਂ ਲੰਘ ਗਿਆ, ਜੀ ਜੀ ਉਹਨਾਂ ਨੂੰ ਇਦਾਂ ਹੁੰਦਾ ਕਿ ਮੈਨੂੰ HIV ਦੀ ਬਿਮਾਰੀ ਹੋ ਜਾਏਗੀ। ਜੀ ਜੀ ਇੱਦਾਂ ਦੀਆਂ ਮਾਨਸਿਕ ਸਮੱਸਿਆਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਜੀ ਜੀ ਫਿਰ ਇੱਕ ਸਮੱਸਿਆ ਆਉਂਦੀ ਹੈ ਡੈਥ ਐਂਗਜ਼ਾਇਟੀ। ਡੈਥ ਐਂਗਜ਼ਾਇਟੀ ਦਾ ਮਤਲਬ ਹੁੰਦਾ ਕਿ ਮਰਨ ਦਾ ਡਰ, ਕਿ ਮੈਂ ਮਰ ਜਾਊਂਗਾ। ਵਾਰ-ਵਾਰ ਉਹੀ ਵਿਚਾਰ ਉਹਨਾਂ ਦੇ ਦਿਮਾਗ ਤੇ ਆਏ ਜਾਣਗੇ ਔਰ ਚਿੰਤਾ, ਘਬਰਾਹਟ ਤੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਜੀ। ਇਹ ਇਹਨਾਂ ਦੇ ਪ੍ਰਕਾਰ ਨੇ, ਇਹ ਮਾਨਸਿਕ ਬਿਮਾਰੀਆਂ ਨੇ। ਇਹਨਾਂ ਦਾ ਜਿਹੜਾ ਇਲਾਜ ਆ ਉਹ ਸੰਭਵ ਆ। ਤੇ ਹੱਲ ਕੀ ਹੈ ਸਰ ਇਹਦਾ? ਜੀ ਬਿਲਕੁਲ, ਇਹਨਾਂ ਦਾ ਮੈਂ ਤੁਹਾਨੂੰ ਹੱਲ ਦੱਸਦਾ। ਜਿਵੇਂ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਸੀ ਕਿ ਇਹਨਾਂ ਦਾ ਜਿਹੜਾ ਸ਼ੁਰੂਆਤ ਹੈ ਜਿਹੜੀ ਉਹ ਆਪਣੀ ਵਿਵਹਾਰਿਕ ਪ੍ਰਕਿਰਿਆ ਤੋਂ ਸ਼ੁਰੂ ਹੁੰਦੀ ਆ, ਆਪਣੇ ਉੱਠਣ ਬਹਿਣ ਤੋਂ ਲੈ ਕੇ ਜੋ ਅੱਜ ਤੱਕ ਆਪਾਂ ਸਿੱਖਿਆ, ਜੋ ਸੁਣਿਆ, ਜਿਵੇਂ ਦਾ ਮਾਹੌਲ 'ਚ ਆਪਾਂ ਰਹੇ ਹਾਂ। ਜਿਸ ਤਰ੍ਹਾਂ ਪੁਰਾਣੇ ਬਜ਼ੁਰਗ ਜੋ ਆਪਾਂ ਨੂੰ ਦੱਸ ਗਏ ਵੀ ਫਲਾਣੇ ਥੌਲੇ ਦੇ ਨਾਲ ਵੀ ਆ ਛਪਾਕੀ ਜਾਂਦੀ ਆ ਜਾਂ ਮਤਲਬ ਉਹ ਜਾਂਦਾ, ਉਹ ਚੀਜ਼ਾਂ ਮਤਲਬ ਜੀ ਉਹਨਾਂ ਤੋਂ ਆਪਾਂ ਸਿੱਖਿਆ, ਆਪਣੇ ਬਜ਼ੁਰਗਾਂ ਤੋਂ ਜਾਂ ਆਪਾਂ ਕਿਸੇ ਵੀ ਚੀਜ਼ ਤੋਂ ਸਿੱਖਿਆ, ਲੋਕਾਂ ਤੋਂ ਸੁਣਿਆ, ਆਪਣੇ ਪਿੰਡ 'ਚੋਂ, ਧਰਮ ਤੋਂ ਜਾਂ ਆਪਣੇ ਆਸ-ਪਾਸ ਦੇ ਲੋਕਾਂ ਤੋਂ ਜਿਹੜੀ ਗੱਲ ਸਿੱਖੀ ਆ, ਉਹ ਜਦੋਂ ਆਪਣੇ ਅੰਦਰ ਘਰ ਜਾਂਦੀ ਆ, ਉਹਦੀ ਇੱਕ ਸਹੀ ਨੌਲੇਜ ਨਹੀਂ ਜਦੋਂ ਆਪਾਂ ਨੂੰ ਹੁੰਦੀ, ਇੱਕ ਸਹੀ ਜਾਗਰੂਕਤਾ ਨੂੰ ਆਪਾਂ ਨੂੰ ਹੁੰਦੀ, ਫਿਰ ਉਹ ਗੱਲ ਉਹਨਾਂ ਦੇ ਭਲੇ ਵਾਸਤੇ ਚਾਹੇ ਕਹੀ ਹੋਵੇ, ਲੇਕਿਨ ਜਿੰਨਾ ਤੱਕ ਆਪਾਂ ਨੂੰ ਸਹੀ ਤਰੀਕੇ ਨਾਲ ਉਹ ਗੱਲ ਪਤਾ ਨਹੀਂ, ਫਿਰ ਉਹ ਆਪਣੇ ਲਈ ਸਮੱਸਿਆ ਬਣ ਜਾਂਦੀ ਹੈ। ਤੇ ਇਸ ਤਰੀਕੇ ਨਾਲ ਜਿਹੜੀ ਸਾਈਕੋ ਐਜੂਕੇਸ਼ਨ ਦੇ ਵਿੱਚ ਇੱਕ ਸਾਈਕੋ ਐਜੂਕੇਸ਼ਨ ਤੇ ਦੂਜੇ ਨੰਬਰ ਤੇ ਥੈਰੇਪੀ ਦਾ ਮਤਲਬ ਹੁੰਦਾ ਹੈ ਕੁਝ ਟੈਕਨੀਕਾਂ। ਕੁਝ ਤਕਨੀਕਾਂ ਨੇ, ਇਹਨਾਂ ਨੂੰ ਸਾਈਕੋ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਵੇਂ CBT ਥੈਰੇਪੀ ਹੈ, ਇੱਕ ERP ਥੈਰੇਪੀ ਹੁੰਦੀ ਆ, ਇੱਕ ਡਰਿਲ ਥੈਰੇਪੀ ਹੁੰਦੀ ਆ। ਕੁਝ ਤਕਨੀਕਾਂ ਦੇ ਨਾਲ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ, ਉਹਨਾਂ ਦੇ ਉਸ ਵਿਚਾਰ ਨੂੰ ਖਤਮ ਕੀਤਾ ਜਾਂਦਾ ਹੈ ਕਿ ਕਿੱਦਾਂ ਉਸ ਚੀਜ਼ ਦੇ ਪ੍ਰਤੀ ਜਾਗਰੂਕ ਹੋਇਆ ਜਾਵੇ ਤੇ ਉਸ ਵਿਚਾਰ ਨੂੰ ਕਿੱਦਾਂ ਖਤਮ ਕੀਤਾ ਜਾਏ, ਉਸ ਵਹਿਮ ਨੂੰ, ਉਸ ਭਰਮ ਨੂੰ ਕਿੱਦਾਂ ਖਤਮ ਕੀਤਾ ਜਾਏ। ਤੇ ਸਰ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਵੀ ਪੁੱਛਿਆ ਸੀ ਵੀ ਜਿਹੜਾ ਦਬਾਅ ਪੈਣਾ ਉਹ ਕੀ ਹੁੰਦਾ? ਦੇਖੋ, ਤੁਸੀਂ ਇੱਕ ਚੀਜ਼ ਨੂੰ ਮਹਿਸੂਸ ਕੀਤਾ ਹੋਊਗਾ ਕਿ ਜਦੋਂ ਆਪਾਂ ਸੌਂ ਜਾਂਦੇ ਹਾਂ ਕਈ ਵਾਰੀ ਆਪਣੇ ਹੱਥ ਪੈਰ ਸੁੰਨ ਹੋ ਜਾਂਦੇ ਆ, ਆਪਣੀ ਬਾਂਹ ਸੁੰਨ ਹੋ ਗਈ, ਆਪਣੀ ਗਰਦਨ ਸੁੰਨ ਹੋ ਗਈ। ਜੀ ਫਿਰ ਜਿਸ ਸਥਿਤੀ ਦੇ ਵਿੱਚ ਆਪਾਂ ਹੁੰਨੇ ਆ, ਆਪਣੀ ਜਾਗ ਖੁੱਲ ਜਾਂਦੀ ਹੈ, ਲੇਕਿਨ ਆਪਣਾ ਹੱਥ ਤੇ ਸੁੱਤਾ ਹੈ ਨਾ। ਫਿਰ ਤੁਸੀਂ ਹੱਥ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹੋ, ਆਪਣੀ ਧੌਣ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹੋ, ਕਿ ਉਹ ਤੁਸੀਂ ਚੁੱਕ ਸਕਦੇ ਹੋ? ਤੁਹਾਡੀ ਪੈਰ ਜ਼ਿਆਦਾ ਸਮੇਂ ਤੱਕ ਤੁਸੀਂ ਬੈਠੇ ਹੋ, ਕਿਤੇ ਪੈਰ ਸੌਂ ਗਿਆ, ਤੁਸੀਂ ਜਾਗ ਰਹੇ ਹੋ, ਮੇਰੇ ਨਾਲ ਗੱਲ ਕਰ ਰਹੇ ਹੋ, ਸਭ ਕੁਝ ਵਿਵਹਾਰਿਕ ਗੱਲ ਕਰ ਰਹੇ ਹੋ। ਜਦੋਂ ਪੈਰ ਸੌਂ ਜਾਂਦਾ ਤੇ ਇੱਕ ਵਾਰੀ ਆਪਾਂ ਨੂੰ ਲੱਗਦਾ ਕਿ ਯਾਰ ਮੇਰੀ ਲੱਤ ਕੰਮ ਨਹੀਂ ਕਰ ਰਹੀ। ਫਿਰ ਉਸ ਸਥਿਤੀ ਦੇ ਆਪਾਂ ਵਿੱਚ ਐਵੇਂ ਲੱਗਦਾ ਕਿ ਕਿਸੇ ਨੂੰ ਆਪਾਂ ਨੂੰ ਆਣ ਕੇ ਦਬਾ ਲਿਆ, ਲੇਕਿਨ ਸਰੀਰ ਤੇ ਆਪਣਾ ਖੁਦ ਦਾ ਨਹੀਂ ਕੰਮ ਕਰ ਰਿਹਾ। ਅੱਖਾਂ ਤੋਂ ਜਾਗਰੂਕ ਹੋ ਗਏ ਆ, ਜਾਗ ਪਏ, ਆਪਣੀ ਨੀਂਦ ਖੁੱਲ ਗਈ ਆ, ਅੱਧੀ ਪਚੱਧੀ ਨੀਂਦ ਖੁੱਲ ਗਈ ਆ, ਠੀਕ ਆ, ਆਪਾਂ ਜਾਗ ਪਏ ਆ, ਲੇਕਿਨ ਆਪਣਾ ਜਿਹੜਾ ਸਰੀਰ ਆ ਉਹ ਸੁੱਤਾ ਹੋਇਆ। ਉਹਦੇ ਵਿੱਚ ਕੋਈ ਵੀ ਆਣ ਕੇ ਤੁਹਾਨੂੰ ਦੱਬ ਨਹੀਂ ਸਕਦਾ। ਐਵੇਂ ਤੇ ਕੋਈ ਵੀ ਬਾਹਰੀ ਏਤ ਪ੍ਰੇਤ ਤੁਹਾਨੂੰ ਆਣ ਕੇ ਦੱਬ ਲੇ ਤੇ ਉਹ ਤੁਹਾਨੂੰ ਸਾਹ ਘੁੱਟ ਸਕਦਾ। ਤੇ ਇਹ ਸਿਰਫ ਆਪਣਾ ਇੱਕ ਵਹਿਮ ਆ, ਇਹਨੂੰ ਇੱਕ ਸਮਝਿਆ ਜਾ ਸਕਦਾ ਹੈ ਮਨੋਵਿਗਿਆਨਿਕ ਤਰੀਕੇ ਦੇ ਨਾਲ। ਜੀ ਤੇ ਇਹਦਾ ਹੱਲ ਕੀ ਹੈ ਸਰ? ਦੇਖੋ, ਇਹਦਾ ਹੱਲ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਐਜੂਕੇਸ਼ਨ, ਕਿ ਉਸ ਚੀਜ਼ ਬਾਰੇ ਜਾਗਰੂਕਤਾ ਹੋਣਾ, ਉਸ ਚੀਜ਼ ਬਾਰੇ ਨੌਲੇਜ ਹੋਣਾ, ਇੱਕ ਅਵੇਅਰਨੈਸ ਹੋਣਾ, ਕਿ ਸਾਨੂੰ ਪ੍ਰੋਪਰ ਤਰੀਕੇ ਨਾਲ ਪਤਾ ਹੋਵੇ ਕਿ ਇਹ ਚੀਜ਼ ਕੰਮ ਕਿੱਦਾਂ ਕਰਦੀ ਆ। ਇਹੀ ਇਹਦਾ ਸਹੀ ਇਲਾਜ ਆ, ਕਿਉਂਕਿ ਹੋਰ ਇਹਦਾ ਕੋਈ ਇਹ ਇਲਾਜ ਨਹੀਂ ਕਿ ਚੀਜ਼ ਫੜ ਕੇ ਕਿਸੇ ਤੋਂ ਲਾ ਦਿੱਤੀ ਜਾਵੇ। ਉਸ ਵਿਚਾਰ ਨੂੰ ਆਪਣੇ ਅੰਦਰ ਬਿਠਾਉਣਾ ਜੋ ਗਹਿਰਾਈ 'ਚ ਪਹਿਲਾਂ ਹੀ ਜਾ ਚੁੱਕਿਆ ਹੈ। ਜੀ ਇਹ ਸਾਰੇ ਦੀ ਕੋਈ ਕਿਤਾਬ ਵਗੈਰਾ ਕੋਈ ਆਉਂਦੀ ਜੇ ਉਹ ਪੜ੍ਹਨੀ ਪਊਗੀ ਜਾਂ ਤੁਸੀਂ ਆਪ ਇਲਾਜ ਕਰਦੇ ਹੋ ਇਸ ਚੀਜ਼ ਦਾ? ਜੀ ਦੇਖੋ, ਮਾਰਕੀਟ ਦੇ ਵਿੱਚ ਇੱਦਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਆਪਣੇ ਆਪ ਨੂੰ ਪ੍ਰੇਰਿਤ ਕਰਦੀਆਂ ਨੇ। ਪ੍ਰੇਰਿਤ ਕਰਨਾ, ਪ੍ਰੇਰਨਾ ਦੇਣਾ, ਬਹੁਤ ਸਾਰੀਆਂ ਕਿਤਾਬਾਂ ਪੜ੍ਹ ਸਕਦੇ ਹੋ, ਜਿਵੇਂ ਅਵਚੇਤਨ ਮਨ ਦੀ ਸ਼ਕਤੀ, ਸਬਕੌਂਸ਼ੀਅਸ ਮਾਈਂਡ, ਚੇਤਨਾ ਕੀ ਹੁੰਦੀ ਆ, ਅਵਚੇਤਨਾ ਕੀ ਹੁੰਦੀ ਆ, ਜਾਗਰੂਕਤਾ ਕੀ ਹੁੰਦੀ ਆ। ਬਹੁਤ ਸਾਰੇ ਅਧਿਆਤਮਿਕ ਗੁਰੂ ਵੀ ਨੇ, ਪੰਜਾਬੀ ਦੇ ਵਿੱਚ ਵੇਖ ਲਓ, ਹਿੰਦੀ ਦੇ ਵਿੱਚ ਵੇਖ ਲਓ। ਉਹਨਾਂ ਅਧਿਆਤਮਿਕ ਗੁਰੂਆਂ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਸਟੱਡੀ ਕਰਦੇ ਹਾਂ, ਫਿਰ ਉਹ ਚੀਜ਼ਾਂ ਬਾਰੇ ਉਹ ਕੀ ਕਹਿੰਦੇ ਆ, ਉਹਨਾਂ ਤੋਂ ਤੁਸੀਂ ਸਿੱਖ ਸਕਦੇ ਹੋ, ਕਿਤਾਬਾਂ ਤੋਂ ਸਿੱਖ ਸਕਦੇ ਹੋ। ਦੂਜੀ ਗੱਲ ਕੀਤੀ ਤੁਸੀਂ ਮੇਰੀ, ਕਾਉਂਸਲਿੰਗ ਕੀ ਹੁੰਦੀ ਹੈ ਕਿ ਇੱਕ ਦੂਜੇ ਨਾਲ ਗੱਲ ਸਾਂਝੀ ਕਰਨਾ, ਕਿ ਤੁਹਾਡੇ ਅੰਦਰ ਕੋਈ ਸਮੱਸਿਆ ਚੱਲ ਰਹੀ ਆ, ਉਹਨੂੰ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਨਾਲ ਜਾਂ ਕਿਸੇ ਐਕਸਪਰਟ ਨਾਲ, ਉਹਦੇ ਵਿੱਚ ਫਰਕ ਸਿਰਫ ਇੰਨਾ ਹੀ ਹੁੰਦਾ ਹੈ ਕਿ ਕਿਸੇ ਐਕਸਪਰਟ ਨਾਲ ਜਾਂ ਤੁਸੀਂ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਦੇ ਨਾਲ ਉਹ ਗੱਲ ਨੂੰ ਸਾਂਝਾ ਕਰ ਰਹੇ ਹੋ ਤੇ ਉਹਦਾ ਹੱਲ ਤੁਹਾਨੂੰ ਮਿਲ ਜਾਂਦਾ ਹੈ। ਬਸ ਜੀ, ਇਹ ਸਨ ਡਾਕਟਰ ਦਿਲਬਾਗ ਸਿੰਘ ਜੀ, ਜੋ ਮਾਨਸਿਕ ਰੋਗ 'ਤੇ ਕੁਝ ਚਾਨਣਾ ਪਾਇਆ। ਸੋ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਤੇ ਦੱਸਿਓ ਜ਼ਰੂਰ। ਸੋ ਫਿਰ ਮਿਲਾਂਗੇ ਤੁਹਾਨੂੰ ਨਵੇਂ ਚਿਹਰੇ ਦੇ ਨਾਲ ਤੇ ਨਵੇਂ ਪਿੰਡ ਤੇ ਨਵੀਆਂ ਮੁਲਾਕਾਤਾਂ ਨਾਲ। ਸੋ UW ਨਿਊਜ਼ ਵੇਖਦੇ ਹੋ ਸਾਰੇ ਦਰਸ਼ਕਾਂ ਇੱਕ ਵਾਰ ਤੋਂ ਫਿਰ ਜੀ, ਥੈਂਕ ਯੂ, ਧੰਨਵਾਦ।